ਸੋ ਪਿਆਰੇ ਵਿਦਿਆਰਥੀਓ, ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ 10+2 ਕਲਾਸ ਦੇ ਕੰਪਿਊਟਰ ਸਾਇੰਸ ਵਿਸ਼ੇ ਦੇ ਚੈਪਟਰ ਨੰਬਰ 2 ਦੀ, ਜਿਸ ਵਿੱਚ ਅਸੀਂ ਇਸ ਚੈਪਟਰ ਦੇ ਕੁਐਸਚਨ ਆਨਸਰਸ ਦੀ ਗੱਲ ਕਰਾਂਗੇ। ਸੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਵੀਡੀਓ ਨੂੰ ਅਸੀਂ ਸ਼ੁਰੂ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਛੋਟੇ ਕੁਐਸਚਨਸ ਦੀ ਗੱਲ ਕਰਾਂਗੇ, ਉਸ ਦੇ ਨਾਲ ਵੱਡੇ ਕੁਐਸਚਨ ਆਨਸਰ ਅਤੇ ਜੋ ਬਲੈਂਕਸ ਨੇ ਜਾਂ ਮਲਟੀਪਲ ਚੁਆਇਸ ਕੁਐਸਚਨਸ ਨੇ ਉਹਨਾਂ ਦੀ ਗੱਲ ਅਸੀਂ ਵੀਡੀਓ ਦੇ ਬਿਲਕੁਲ ਲਾਸਟ ਤੇ ਕਰਾਂਗੇ। ਸਾਰੇ ਹੀ ਚੈਪਟਰ ਨੂੰ ਕਵਰ ਕਰਨ ਲਈ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ। ਸਭ ਤੋਂ ਪਹਿਲਾਂ ਸਾਡਾ ਜੋ ਕੁਐਸਚਨ ਹੈ ਕਿ ਬ੍ਰਾਂਚਿੰਗ ਕੰਟਰੋਲ ਸਟੇਟਮੈਂਟਸ ਕੀ ਹੁੰਦੀਆਂ ਨੇ, ਉਹਨਾਂ ਨੂੰ ਪਰਿਭਾਸ਼ਿਤ ਕਰੋ। ਬ੍ਰਾਂਚਿੰਗ ਕੰਟਰੋਲ ਸਟੇਟਮੈਂਟਸ, ਇਹਨਾਂ ਨੂੰ ਬ੍ਰਾਂਚਿੰਗ ਸਟੇਟਮੈਂਟਸ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਸਟੇਟਮੈਂਟਸ ਪ੍ਰੋਗਰਾਮ ਦੇ ਚੱਲਣ ਦੇ ਦੌਰਾਨ ਇੱਕ ਬ੍ਰਾਂਚ ਜਾਂ ਦੂਜੀ ਬ੍ਰਾਂਚ ਦੀ ਚੋਣ ਕਰਦੀਆਂ ਹਨ। ਇਹਨਾਂ ਸਟੇਟਮੈਂਟ ਦੀ ਵਰਤੋਂ ਫੈਸਲਾ ਲੈਣ ਦੇ ਕੰਮਾਂ ਲਈ ਜਾਂ ਮਲਟੀਵੇ ਸਿਲੈਕਸ਼ਨ ਕਰਨ ਲਈ ਕੀਤੀ ਜਾਂਦੀ ਹੈ। ਇਸ ਲਈ ਇਹਨਾਂ ਸਟੇਟਮੈਂਟਸ ਨੂੰ ਅਸੀਂ ਅੱਗੇ ਦੋ ਭਾਗਾਂ ਵਿੱਚ ਵੰਡਦੇ ਹਾਂ, ਕੰਡੀਸ਼ਨਲ ਕੰਟਰੋਲ ਸਟੇਟਮੈਂਟ ਅਤੇ ਮਲਟੀਵੇ ਕੰਡੀਸ਼ਨਲ ਕੰਟਰੋਲ ਸਟੇਟਮੈਂਟਸ। ਬ੍ਰਾਂਚਿੰਗ ਕੰਟਰੋਲ ਸਟੇਟਮੈਂਟ ਤੋਂ ਕੀ ਭਾਵ ਹੈ ਕਿ ਜਿਸ ਦੇ ਵਿੱਚ ਅਸੀਂ ਕਿਸੇ ਕੰਡੀਸ਼ਨ ਦੇ ਬੇਸ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਫੈਸਲੇ ਲੈਂਦੇ ਹਾਂ ਜਾਂ ਵੱਖ-ਵੱਖ ਤਰ੍ਹਾਂ ਦੇ ਫੈਸਲਿਆਂ ਦੀ ਚੋਣ ਕਰਦੇ ਹਾਂ, ਉਹਨਾਂ ਸਾਰੀਆਂ ਹੀ ਸਟੇਟਮੈਂਟਸ ਨੂੰ ਅਸੀਂ ਬ੍ਰਾਂਚਿੰਗ ਕੰਟਰੋਲ ਸਟੇਟਮੈਂਟਸ ਬੋਲਦੇ ਹਾਂ। ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਕੰਡੀਸ਼ਨਲ ਕੰਟਰੋਲ ਸਟੇਟਮੈਂਟਸ ਅਤੇ ਮਲਟੀਵੇ ਕੰਡੀਸ਼ਨਲ ਕੰਟਰੋਲ ਸਟੇਟਮੈਂਟਸ। ਇਹਨਾਂ ਸਾਰੀਆਂ ਨੂੰ ਹੀ ਅਸੀਂ ਬ੍ਰਾਂਚਿੰਗ ਕੰਟਰੋਲ ਸਟੇਟਮੈਂਟਸ ਬੋਲਦੇ ਹਾਂ। ਕੁਐਸਚਨ ਨੰਬਰ 2, ਲੂਪਿੰਗ ਕੀ ਹੁੰਦੀ ਹੈ ਅਤੇ ਤਿੰਨ ਵੱਖ-ਵੱਖ ਕਿਸਮਾਂ ਦੀ ਲੂਪਿੰਗ ਸਟੇਟਮੈਂਟਸ ਦੇ ਨਾਮ ਲਿਖੋ। ਇਸ ਦਾ ਆਨਸਰ ਹੈ, ਪ੍ਰੋਗਰਾਮਸ ਵਿੱਚ ਅਜਿਹੀਆਂ ਸਥਿਤੀਆਂ ਵੀ ਹੋ ਸਕਦੀਆਂ ਹਨ ਜਦੋਂ ਸਾਨੂੰ ਸਟੇਟਮੈਂਟਸ ਦੇ ਬਲਾਕ ਨੂੰ ਕਈ ਵਾਰ ਚਲਾਉਣ ਦੀ ਲੋੜ ਪੈਂਦੀ ਹੈ, ਭਾਵ ਕਿ ਜਦੋਂ ਅਸੀਂ ਇੱਕ ਜਾਂ ਇੱਕ ਤੋਂ ਜ਼ਿਆਦਾ ਵਾਰ ਇੱਕ ਸਟੇਟਮੈਂਟ ਜਾਂ ਗਰੁੱਪ ਆਫ ਸਟੇਟਮੈਂਟਸ ਨੂੰ ਅਸੀਂ ਰਿਪੀਟ ਕਰਦੇ ਹਾਂ ਤਾਂ ਉਹਨਾਂ ਨੂੰ ਅਸੀਂ ਲੂਪਿੰਗ ਬੋਲਦੇ ਹਾਂ। ਅਜਿਹੀਆਂ ਸਥਿਤੀਆਂ ਵਿੱਚ ਲੂਪ ਸਾਨੂੰ ਸਟੇਟਮੈਂਟਸ ਨੂੰ ਦੁਹਰਾਉਣ ਦਾ ਇੱਕ ਢੰਗ ਪ੍ਰਦਾਨ ਕਰਦੀਆਂ ਹਨ ਅਤੇ ਉਹ ਇਹ ਵੀ ਕੰਟਰੋਲ ਕਰਦੀਆਂ ਹਨ ਕਿ ਸਟੇਟਮੈਂਟਸ ਨੂੰ ਕਿੰਨੀ ਵਾਰ ਦੁਹਰਾਇਆ ਜਾਵੇ। ਸੀ ਭਾਸ਼ਾ ਸਾਨੂੰ ਲੂਪਿੰਗ ਦੇ ਬਹੁਤ ਸਾਰੇ ਤਰੀਕੇ ਪ੍ਰਦਾਨ ਕਰਦੀਆਂ ਹਨ। ਸਾਰੇ ਲੂਪਿੰਗ ਸਟੇਟਮੈਂਟਸ ਨੂੰ ਹੇਠਾਂ ਲਿਖੇ ਅਨੁਸਾਰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਆਮ ਤੌਰ ਤੇ ਤਿੰਨ ਤਰ੍ਹਾਂ ਦੀਆਂ ਲੂਪਿੰਗ ਸਟੇਟਮੈਂਟਸ ਹੁੰਦੀਆਂ ਨੇ, ਜਿਨ੍ਹਾਂ ਨੂੰ ਅਸੀਂ ਦੋ ਸ਼੍ਰੇਣੀਆਂ ਵਿੱਚ ਵੰਡਦੇ ਹਾਂ। ਪਹਿਲੀ ਹੁੰਦੀ ਸ਼੍ਰੇਣੀ ਪ੍ਰੀ ਟੈਸਟ ਲੂਪ, ਜਿਸ ਵਿੱਚ ਫੋਰ ਲੂਪ ਅਤੇ ਵਾਈਲ ਲੂਪ ਹੁੰਦੀ ਹੈ। ਦੂਸਰੀ ਹੁੰਦੀ ਹੈ ਪੋਸਟ ਟੈਸਟ ਲੂਪ, ਜਿਸ ਵਿੱਚ ਸਿਰਫ ਡੂ ਵਾਈਲ ਲੂਪ ਹੀ ਆਉਂਦੀ ਹੈ। ਇਹਨਾਂ ਤਿੰਨਾਂ ਹੀ ਲੂਪਸ ਨੂੰ ਅਸੀਂ ਲੂਪਿੰਗ ਸਟੇਟਮੈਂਟਸ ਬੋਲਦੇ ਹਾਂ। ਕੁਐਸਚਨ ਨੰਬਰ 3 ਹੈ, ਨੈਸਟਡ ਇਫ ਸਟੇਟਮੈਂਟ ਕੀ ਹੁੰਦੀ ਹੈ ਅਤੇ ਇਸ ਦੀ ਜੋ ਬਣਤਰ ਜਾਂ ਇਸ ਦਾ ਜੋ ਸਿੰਟੈਕਸ ਹੈ ਉਸ ਬਾਰੇ ਲਿਖੋ। ਇਸ ਦਾ ਆਨਸਰ ਹੈ ਕਿ ਨੈਸਟਡ ਇਫ ਤੋਂ ਭਾਵ ਇੱਕ ਇਫ ਸਟੇਟਮੈਂਟ ਦਾ ਦੂਜੀ ਇਫ ਸਟੇਟਮੈਂਟ ਵਿੱਚ ਲਿਖਣ ਨੂੰ ਨੈਸਟਡ ਇਫ ਸਟੇਟਮੈਂਟ ਬੋਲਦੇ ਹਾਂ। ਉਦਾਹਰਨ ਦੇ ਤੌਰ ਤੇ ਜਦੋਂ ਅਸੀਂ ਇੱਕ ਸਟੇਟਮੈਂਟ ਦੇ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ ਹੋਰ ਇਫ ਸਟੇਟਮੈਂਟ ਲਿਖਦੇ ਹਾਂ ਤਾਂ ਉਹਨਾਂ ਨੂੰ ਅਸੀਂ ਨੈਸਟਡ ਇਫ ਸਟੇਟਮੈਂਟ ਬੋਲਦੇ ਹਾਂ। ਅੰਦਰੂਨੀ ਇਫ ਸਟੇਟਮੈਂਟ ਉਸ ਸਮੇਂ ਕੰਮ ਕਰਦੀ ਹੈ ਜਦੋਂ ਬਾਹਰੀ ਕੰਡੀਸ਼ਨ ਟਰੂ ਹੋਵੇ। ਅੰਦਰੂਨੀ ਜੋ ਇਫ ਸਟੇਟਮੈਂਟ ਹੁੰਦੀ ਹੈ ਉਦੋਂ ਹੀ ਐਗਜ਼ੀਕਿਊਟ ਹੋਏਗੀ ਅਗਰ ਸਾਡੀ ਜੋ ਪਹਿਲੀ ਬਾਹਰੀ ਸਟੇਟਮੈਂਟ ਹੈ ਉਹ ਟਰੂ ਹੋਏਗੀ। ਅਗਰ ਫਾਲਸ ਹੁੰਦੀ ਹੈ ਤਾਂ ਹੋ ਸਕਦਾ ਹੈ ਉਸਦੇ ਫਾਲਸ ਪਾਰਟ ਵਿੱਚ ਅਸੀਂ ਕੋਈ ਹੋਰ ਨੈਸਟਡ ਇਫ ਯੂਜ਼ ਕੀਤੀ ਹੋਵੇ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅੰਦਰੂਨੀ ਇਫ ਸਟੇਟਮੈਂਟ ਦਾ ਬਲਾਕ ਉਸ ਸਮੇਂ ਕੰਮ ਕਰੇਗਾ ਜਦੋਂ ਬਾਹਰੀ ਇਫ ਸਟੇਟਮੈਂਟ ਦੀ ਕੰਡੀਸ਼ਨ ਅਤੇ ਅੰਦਰੂਨੀ ਇਫ ਸਟੇਟਮੈਂਟ ਦੀ ਕੰਡੀਸ਼ਨ ਦੋਨੋਂ ਹੀ ਟਰੂ ਹੋਣ, ਤਾਂ ਹੀ ਨੈਸਟਡ ਇਫ ਸਟੇਟਮੈਂਟ ਦਾ ਟਰੂ ਪਾਰਟ ਵਰਕ ਕਰੇਗਾ ਜਾਂ ਐਗਜ਼ੀਕਿਊਟ ਹੋਏਗਾ। ਅਗਰ ਅਸੀਂ ਇਸ ਦੇ ਸਿੰਟੈਕਸ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਰਹੇ ਹੋ, ਜਿਵੇਂ ਸਟਾਰਟਿੰਗ ਉੱਪਰ ਸਾਡੀ ਇੱਕ ਕੰਡੀਸ਼ਨ ਹੈ ਜੋ ਕੰਡੀਸ਼ਨ 1 ਹੈ ਅਤੇ ਉਸਦਾ ਜੋ ਟਰੂ ਪਾਰਟ ਹੈ ਉਸ ਵਿੱਚ ਇੱਕ ਹੋਰ ਕੰਡੀਸ਼ਨ ਅਸੀਂ ਲਗਾਈ ਹੈ ਜੋ ਹੈ ਕੰਡੀਸ਼ਨ। ਜਦੋਂ ਸਾਡੀ ਕੰਡੀਸ਼ਨ 1 ਟਰੂ ਹੋਏਗੀ ਤਾਂ ਉਸਦਾ ਟਰੂ ਪਾਰਟ ਐਗਜ਼ੀਕਿਊਟ ਹੋਏਗਾ ਅਤੇ ਉਸਦੇ ਟਰੂ ਪਾਰਟ ਦੇ ਵਿੱਚ ਵੀ ਇੱਕ ਕੰਡੀਸ਼ਨ ਲੱਗੀ ਹੈ ਜੋ ਕੰਡੀਸ਼ਨ ਟਰੂ ਹੈ। ਅਗਰ ਇਹ ਵੀ ਕੰਡੀਸ਼ਨ ਟਰੂ ਹੁੰਦੀ ਹੈ ਤਾਂ ਸਾਡੀ ਕੰਡੀਸ਼ਨ 2 ਦਾ ਜੋ ਟਰੂ ਪਾਰਟ ਹੈ ਉਹ ਐਗਜ਼ੀਕਿਊਟ ਹੋਏਗਾ। ਅਗਰ ਸਾਡੀ ਕੰਡੀਸ਼ਨ 1 ਹੀ ਫਾਲਸ ਹੋ ਜਾਂਦੀ ਹੈ ਤਾਂ ਸਾਡੀ ਕੰਡੀਸ਼ਨ 2 ਜੋ ਹੈ ਐਗਜ਼ੀਕਿਊਟ ਨਹੀਂ ਹੋਵੇਗੀ। ਇਸ ਤਰ੍ਹਾਂ ਦੇ ਸਿੰਟੈਕਸ ਨੂੰ ਜਾਂ ਇਸ ਤਰ੍ਹਾਂ ਦੀ ਕੰਡੀਸ਼ਨਸ ਨੂੰ ਅਸੀਂ ਨੈਸਟਡ ਇਫ ਬੋਲਦੇ ਹਾਂ। ਅਗਲਾ ਕੁਐਸਚਨ ਹੈ ਕੁਐਸਚਨ ਨੰਬਰ 4, ਇਫ ਐਲਸ ਸਟੇਟਮੈਂਟ ਕੀ ਹੈ। ਇਫ ਐਲਸ ਸਟੇਟਮੈਂਟ ਲਈ ਇੱਕ ਪ੍ਰੋਗਰਾਮ ਲਿਖੋ। ਇਫ ਐਲਸ ਸਟੇਟਮੈਂਟ ਤੋਂ ਭਾਵ
ਇਫ ਐਲਜ਼ ਕੰਡੀਸ਼ਨਲ ਕੰਟਰੋਲ ਸਟੇਟਮੈਂਟ ਵਿੱਚ ਇਫ ਬਲਾਕ ਵਿਚਲੀਆਂ ਸਟੇਟਮੈਂਟਸ ਸਿਰਫ ਉਸ ਸਮੇਂ ਚਲਾਈਆਂ ਜਾਂਦੀਆਂ ਹਨ ਜਦੋਂ ਟੈਸਟ ਕੰਡੀਸ਼ਨ ਟਰੂ ਹੁੰਦੀ ਹੈ, ਅਤੇ ਐਲਜ਼ ਬਲਾਕ ਦੀਆਂ ਜਿੰਨੀਆਂ ਵੀ ਸਟੇਟਮੈਂਟਸ ਨੇ ਉਹਨਾਂ ਨੂੰ ਉਸ ਸਮੇਂ ਚਲਾਇਆ ਜਾਂਦਾ ਹੈ ਜਦੋਂ ਸਾਡੀ ਟੈਸਟ ਕੰਡੀਸ਼ਨ ਫਾਲਸ ਹੁੰਦੀ ਹੈ। ਇਸ ਤੋਂ ਭਾਵ ਕਿ ਜੋ ਸਾਡੀ ਇਫ ਐਲਜ਼ ਸਟੇਟਮੈਂਟ ਹੁੰਦੀ ਹੈ ਉਸ ਦੇ ਟੂ ਪਾਰਟਸ ਹੁੰਦੇ ਨੇ, ਇੱਕ ਟਰੂ ਪਾਰਟ ਅਤੇ ਇੱਕ ਫਾਲਸ ਪਾਰਟ। ਜਦੋਂ ਵੀ ਸਾਡੀ ਕੰਡੀਸ਼ਨ ਟਰੂ ਹੋਏਗੀ ਤਾਂ ਸਾਡਾ ਟਰੂ ਪਾਰਟ ਐਗਜ਼ੀਕਿਊਟ ਹੋਏਗਾ। ਟਰੂ ਪਾਰਟ ਦੇ ਵਿੱਚ ਜਿੰਨੀਆਂ ਵੀ ਕੰਡੀਸ਼ਨਸ ਜਾਂ ਜਿੰਨੀਆਂ ਵੀ ਸਟੇਟਮੈਂਟਸ ਤੁਸੀਂ ਲਿਖੀਆਂ ਨੇ ਉਹ ਸਾਰੀਆਂ ਹੀ ਐਗਜ਼ੀਕਿਊਟ ਹੋਣਗੀਆਂ, ਅਤੇ ਇਸ ਦੇ ਫਾਲਸ ਪਾਰਟ ਦੇ ਵਿੱਚ ਉਹ ਸਾਰੀਆਂ ਕੰਡੀਸ਼ਨਸ ਉਦੋਂ ਐਗਜ਼ੀਕਿਊਟ ਹੋਣਗੀਆਂ ਜਾਂ ਸਾਰੀਆਂ ਸਟੇਟਮੈਂਟਸ ਜਦੋਂ ਸਾਡੀ ਕੰਡੀਸ਼ਨ ਫਾਲਸ ਹੋਏਗੀ। ਅਗਰ ਅਸੀਂ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਤਾਂ ਇਸ ਪ੍ਰੋਗਰਾਮ ਵਿੱਚ ਜਿਵੇਂ ਅਸੀਂ ਇੱਕ ਇੰਟ ਮਾਰਕਸ ਨਾਂ ਦਾ ਇੱਕ ਵੇਰੀਏਬਲ ਲਿਆ ਹੈ ਜਿਸ ਵਿੱਚ ਅਸੀਂ 45 ਮਾਰਕਸ ਨੂੰ ਸਟੋਰ ਕੀਤਾ ਹੈ। ਅਸੀਂ ਇੱਕ ਕੰਡੀਸ਼ਨ ਲਗਾਉਂਦੇ ਹਾਂ ਕਿ ਇਫ ਮਾਰਕਸ ਗ੍ਰੇਟਰ ਦੈਨ ਇਕੁਅਲ 35, ਕਿ ਅਗਰ ਸਾਡੇ ਮਾਰਕਸ ਦੀ ਵੈਲਿਊ 35 ਤੋਂ ਜ਼ਿਆਦਾ ਜਾਂ 35 ਦੇ ਬਰਾਬਰ ਹੁੰਦੀ ਹੈ ਤਾਂ ਸਾਡਾ ਟਰੂ ਪਾਰਟ ਐਗਜ਼ੀਕਿਊਟ ਹੋਏ, ਅਦਰਵਾਈਜ਼ ਸਾਡਾ ਫਾਲਸ ਪਾਰਟ ਐਗਜ਼ੀਕਿਊਟ ਹੋਏ। ਹੁਣ ਇਸ ਜਗ੍ਹਾ ਦੇ ਉੱਤੇ ਸਾਡੇ ਮਾਰਕਸ ਦੀ ਵੈਲਿਊ ਹੈ 45 ਅਤੇ ਇਸ ਦੇ ਨਾਲ ਇਹ ਸਾਡੀ ਕੰਡੀਸ਼ਨ ਟਰੂ ਹੁੰਦੀ ਹੈ। ਕੰਡੀਸ਼ਨ ਟਰੂ ਹੋਣ ਦੇ ਨਾਲ ਹੀ ਸਾਡਾ ਟਰੂ ਪਾਰਟ ਹੈ ਉਹ ਐਗਜ਼ੀਕਿਊਟ ਹੋਏਗਾ ਅਤੇ ਸਕਰੀਨ ਉੱਤੇ ਪ੍ਰਿੰਟ ਕਰੇਗਾ ਪਾਸ। ਅਗਰ ਸਾਡੀ ਮਾਰਕਸ ਵੇਰੀਏਬਲ ਦੀ ਵੈਲਿਊ ਜੋ 35 ਤੋਂ ਘੱਟ ਹੁੰਦੀ, 34 ਹੁੰਦੀ ਜਾਂ ਉਸ ਤੋਂ ਵੀ ਘੱਟ ਹੁੰਦੀ ਤਾਂ ਸਾਡਾ ਫਾਲਸ ਪਾਰਟ ਐਗਜ਼ੀਕਿਊਟ ਹੋਣਾ ਸੀ ਅਤੇ ਸਕਰੀਨ ਉੱਤੇ ਪ੍ਰਿੰਟ ਹੋਣਾ ਸੀ ਫੇਲ। ਅਗਰ ਅਸੀਂ ਇਸ ਪ੍ਰੋਗਰਾਮ ਦੀ ਆਉਟਪੁੱਟ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਸ ਦੀ ਆਉਟਪੁੱਟ ਆਏਗੀ ਪਾਸ। ਇਹ ਸੀ ਸਾਡੀ ਇਫ ਐਲਜ਼ ਸਟੇਟਮੈਂਟ ਜਿਸ ਵਿੱਚ ਇਫ ਦੇ ਨਾਲ ਉਸ ਦਾ ਇੱਕ ਐਲਜ਼ ਪਾਰਟ ਹੁੰਦਾ ਹੈ ਅਤੇ ਐਲਜ਼ ਪਾਰਟ ਉਦੋਂ ਹੀ ਐਗਜ਼ੀਕਿਊਟ ਹੁੰਦਾ ਹੈ ਜਦੋਂ ਸਾਡੀ ਜੋ ਕੰਡੀਸ਼ਨ ਹੈ ਉਹ ਫਾਲਸ ਹੁੰਦੀ ਹੈ। ਅਗਲਾ ਕੁਐਸਚਨ ਹੈ ਕਿ ਵਾਈਲ ਸਟੇਟਮੈਂਟ ਕੀ ਹੈ ਅਤੇ ਇਸ ਦੀ ਬਣਤਰ ਜਾਂ ਇਸ ਦਾ ਜੋ ਸਿੰਟੈਕਸ ਹੈ ਉਹ ਲਿਖੋ। ਵਾਈਲ ਸਟੇਟਮੈਂਟ ਜਾਂ ਵਾਈਲ ਲੂਪ ਤੋਂ ਭਾਵ ਹੈ ਕਿ ਵਾਈਲ ਲੂਪ ਵਿੱਚ ਸਟੇਟਮੈਂਟ ਨੂੰ ਉਦੋਂ ਤੱਕ ਦੁਹਰਾਇਆ ਜਾਂਦਾ ਹੈ ਜਦੋਂ ਤੱਕ ਦਿੱਤੀ ਗਈ ਟੈਸਟ ਕੰਡੀਸ਼ਨ ਟਰੂ ਰਹਿੰਦੀ ਹੈ। ਯਾਨੀ ਕਿ ਜਿੰਨੇ ਵੀ ਸਮੇਂ ਤੱਕ ਸਾਡੀ ਜੋ ਟੈਸਟ ਦੀ ਕੰਡੀਸ਼ਨ ਹੈ ਟਰੂ ਰਹਿੰਦੀ ਹੈ ਉਨੇ ਸਮੇਂ ਤੱਕ ਉਸ ਵਿੱਚ ਜਿੰਨੀਆਂ ਵੀ ਸਟੇਟਮੈਂਟਸ ਨੇ ਅਸੀਂ ਉਹਨਾਂ ਨੂੰ ਰਿਪੀਟ ਕਰਦੇ ਹਾਂ। ਇਹ ਲੂਪ ਪ੍ਰੀ ਟੈਸਟ ਲੂਪ ਦੀ ਇੱਕ ਉਦਾਹਰਣ ਹੈ। ਇਸ ਲੂਪ ਵਿੱਚ ਪਹਿਲਾਂ ਟੈਸਟ ਕੰਡੀਸ਼ਨ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਟੈਸਟ ਕੰਡੀਸ਼ਨ ਦਾ ਨਤੀਜਾ ਟਰੂ ਆਉਣ ਤੋਂ ਬਾਅਦ ਹੀ ਟੈਸਟ ਕੰਡੀਸ਼ਨ ਨੂੰ ਦੁਹਰਾਇਆ ਜਾਂਦਾ ਹੈ। ਇਸ ਲੂਪ ਵਿੱਚ ਸਟੇਟਮੈਂਟਸ ਨੂੰ ਦੁਹਰਾਉਣ ਲਈ ਘੱਟੋ ਘੱਟ ਗਿਣਤੀ 0 ਹੁੰਦੀ ਹੈ, ਕਿਉਂਕਿ ਜੇਕਰ ਕੰਡੀਸ਼ਨ ਸ਼ੁਰੂ ਵਿੱਚ ਹੀ ਫਾਲਸ ਹੋ ਜਾਵੇ ਤਾਂ ਲੂਪ ਇੱਕ ਵਾਰ ਵੀ ਨਹੀਂ ਚੱਲੇਗਾ। ਜਿਵੇਂ ਅਸੀਂ ਐਸ ਸਿੰਟੈਕਸ ਦੀ ਗੱਲ ਕਰਦੇ ਹਾਂ, ਜਿੰਨੇ ਸਮੇਂ ਤੱਕ ਸਾਡੀ ਜੋ ਇਹ ਕੰਡੀਸ਼ਨ ਹੈ ਇਹ ਟਰੂ ਹੁੰਦੀ ਹੈ ਅਸੀਂ ਇਸ ਦੇ ਟਰੂ ਪਾਰਟਸ ਵਿੱਚ ਐਂਟਰ ਹੁੰਦੇ ਜਾਵਾਂਗੇ ਅਤੇ ਇਸ ਟਰੂ ਪਾਰਟ ਦੇ ਵਿੱਚ ਜਿੰਨੀਆਂ ਵੀ ਸਟੇਟਮੈਂਟਸ ਨੇ ਅਗਰ 1 ਹੈ ਤਾਂ 1 ਐਗਜ਼ੀਕਿਊਟ ਹੋਏਗੀ, ਅਗਰ 10 ਹਨ ਤਾਂ 10 ਸਟੇਟਮੈਂਟਸ ਹੀ ਐਗਜ਼ੀਕਿਊਟ ਹੋਣਗੀਆਂ। ਉਨੇ ਸਮੇਂ ਤੱਕ ਐਗਜ਼ੀਕਿਊਟ ਹੋਣਗੀਆਂ ਜਿੰਨੇ ਸਮੇਂ ਤੱਕ ਸਾਡੀ ਇਹ ਕੰਡੀਸ਼ਨ ਟਰੂ ਹੁੰਦੀ ਹੈ। ਜਦੋਂ ਵੀ ਸਾਡੀ ਕੰਡੀਸ਼ਨ ਫਾਲਸ ਹੁੰਦੀ ਹੈ ਤਾਂ ਸਾਡੀ ਜੋ ਵਾਈਲ ਲੂਪ ਹੈ ਉਹ ਐਗਜ਼ੀਕਿਊਟ ਨਹੀਂ ਹੁੰਦੀ। ਇਹ ਸੀ ਤੁਹਾਡੇ ਛੋਟੇ ਕੁਐਸਚਨਸ। ਅੱਗੇ ਅਸੀਂ ਗੱਲ ਕਰਦੇ ਹਾਂ ਵੱਡੇ ਕੁਐਸਚਨਸ ਦੀ। ਕੁਐਸਚਨ ਨੰਬਰ 1, ਕੰਟਰੋਲ ਸਟੇਟਮੈਂਟ ਕੀ ਹੁੰਦੀਆਂ ਹਨ ਅਤੇ ਉਹਨਾਂ ਦੀਆਂ ਕਿਸਮਾਂ ਲਿਖੋ। ਕੰਟਰੋਲ ਸਟੇਟਮੈਂਟ ਤੋਂ ਭਾਵ ਕਿ ਉਹ ਸਾਰੀਆਂ ਹੀ ਸਟੇਟਮੈਂਟਸ ਜਿਨ੍ਹਾਂ ਨੂੰ ਅਸੀਂ ਯੂਜ਼ ਕਰਦੇ ਹਾਂ ਆਪਣੇ ਪ੍ਰੋਗਰਾਮ ਦੇ ਫਲੋ ਨੂੰ ਕੰਟਰੋਲ ਕਰਨ ਲਈ। ਸੀ ਭਾਸ਼ਾ ਵਿੱਚ ਕਈ ਤਰ੍ਹਾਂ ਦੀਆਂ ਪ੍ਰਭਾਵਸ਼ਾਲੀ ਅਤੇ ਲਚਕਦਾਰ ਕੰਟਰੋਲ ਸਟੇਟਮੈਂਟ ਹੁੰਦੀਆਂ ਹਨ। ਇਹਨਾਂ ਕੰਟਰੋਲ ਸਟੇਟਮੈਂਟ ਦੀ ਮਦਦ ਦੇ ਨਾਲ ਅਸੀਂ ਪ੍ਰੋਗਰਾਮ ਵਿੱਚ ਸਟੇਟਮੈਂਟਸ ਦੇ ਚੱਲਣ ਦੇ ਵਹਾਅ ਨੂੰ ਕੰਟਰੋਲ ਕਰ ਸਕਦੇ ਹਾਂ। ਸਧਾਰਨ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਹ ਸਟੇਟਮੈਂਟ ਜਿਨ੍ਹਾਂ ਦੀ ਵਰਤੋਂ ਦੇ ਨਾਲ ਪ੍ਰੋਗਰਾਮ ਦੇ ਚੱਲਣ ਦੇ ਵਹਾਅ ਨੂੰ ਇਟ ਮੀਨ ਫਲੋ ਆਫ ਪ੍ਰੋਗਰਾਮ ਚੱਲਣ ਦੇ ਵਹਾਅ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ, ਉਹਨਾਂ ਸਾਰੀਆਂ ਹੀ ਸਟੇਟਮੈਂਟਸ ਨੂੰ ਅਸੀਂ ਕੰਟਰੋਲ ਸਟੇਟਮੈਂਟਸ ਬੋਲਦੇ ਹਾਂ। ਇਹਨਾਂ ਕੰਟਰੋਲ ਸਟੇਟਮੈਂਟ ਦੀ ਮਦਦ ਦੇ ਨਾਲ ਅਸੀਂ ਪ੍ਰੋਗਰਾਮ ਵਿੱਚ ਕੰਟਰੋਲ ਪੁਆਇੰਟ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਉੱਤੇ ਟ੍ਰਾਂਸਫਰ ਕਰ ਸਕਦੇ ਹਾਂ ਜਾਂ ਪ੍ਰੋਗਰਾਮ ਵਿੱਚ ਕਿਸੇ ਸਟੇਟਮੈਂਟ ਨੂੰ ਵਾਰ-ਵਾਰ ਅਸੀਂ ਦੁਹਰਾ ਸਕਦੇ ਹਾਂ। ਕੰਟਰੋਲ ਸਟੇਟਮੈਂਟ ਨੂੰ ਅਸੀਂ ਆਮ ਤੌਰ ਤੇ 3 ਭਾਗਾਂ ਵਿੱਚ ਵੰਡਦੇ ਹਾਂ। ਨੰਬਰ 1 ਬ੍ਰਾਂਚਿੰਗ ਕੰਟਰੋਲ ਸਟੇਟਮੈਂਟਸ, ਨੰਬਰ 2 ਲੂਪਿੰਗ ਕੰਟਰੋਲ ਸਟੇਟਮੈਂਟਸ ਅਤੇ ਨੰਬਰ 3 ਜੰਪਿੰਗ ਕੰਟਰੋਲ ਸਟੇਟਮੈਂਟਸ। ਇਹ ਤਿੰਨੋਂ ਹੀ ਤਰ੍ਹਾਂ ਦੀਆਂ ਵੱਖ-ਵੱਖ ਕੰਟਰੋਲ ਸਟੇਟਮੈਂਟਸ ਹੁੰਦੀਆਂ ਨੇ ਜਿਨ੍ਹਾਂ ਦਾ ਜੋ ਮੇਨ ਕੰਮ ਹੈ ਉਹ ਸਾਡੇ ਪ੍ਰੋਗਰਾਮ ਦੇ ਫਲੋ ਨੂੰ ਕੰਟਰੋਲ ਕਰਨਾ।
ਅਗਲਾ ਜੋ ਕੁਐਸਚਨ ਹੈ ਉਹ ਹੈ ਸਵਿਚ ਸਟੇਟਮੈਂਟ ਕੀ ਹੈ ਅਤੇ ਸਵਿਚ ਸਟੇਟਮੈਂਟ ਲਈ ਕੋਈ ਇੱਕ ਪ੍ਰੋਗਰਾਮ ਲਿਖੋ। ਸਵਿਚ ਸਟੇਟਮੈਂਟ ਨੂੰ ਅਸੀਂ ਕੇਸ ਕੰਟਰੋਲ ਸਟੇਟਮੈਂਟ ਵੀ ਬੋਲਦੇ ਹਾਂ। ਸਵਿਚ ਕੇਸ ਇਫ ਐਲਸ ਇਫ ਸਟੇਟਮੈਂਟ ਦੀ ਤਰ੍ਹਾਂ ਹੀ ਹੁੰਦੀ ਹੈ। ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਹੜੀ ਸਟੇਟਮੈਂਟ ਵਰਤਦੇ ਹਾਂ। ਇਫ ਐਲਸ ਇਫ ਸਟੇਟਮੈਂਟ ਅਤੇ ਸਵਿਚ ਸਟੇਟਮੈਂਟ ਦੋਨਾਂ ਦਾ ਕੰਮ ਹੀ ਸੇਮ ਹੈ, ਸਿਰਫ ਦੋਨਾਂ ਨੂੰ ਲਿਖਣ ਦਾ ਜੋ ਸਿੰਟੈਕਸ ਹੈ ਉਸ ਵਿੱਚ ਹੀ ਡਿਫਰੈਂਸ ਹੈ। ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਕਿਹੜੀ ਸਟੇਟਮੈਂਟ ਵਧੀਆ ਲੱਗਦੀ ਹੈ। ਤੁਸੀਂ ਉਸ ਸਟੇਟਮੈਂਟ ਨੂੰ ਯੂਜ਼ ਕਰਕੇ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਉਸ ਕੋਲੋਂ ਕੰਮ ਕਰਵਾ ਸਕਦੇ ਹੋ। ਸਵਿਚ ਸਟੇਟਮੈਂਟ ਵਧੇਰੇ ਕੁਸ਼ਲ ਸਟੇਟਮੈਂਟ ਹੈ ਅਤੇ ਇਸ ਨੂੰ ਪੜ੍ਹਨਾ ਸੌਖਾ ਹੈ। ਸਵਿਚ ਕੇਸ ਵਿੱਚ ਸਟੇਟਮੈਂਟਾਂ ਦੇ ਸਮੂਹ ਨੂੰ ਉਦੋਂ ਹੀ ਲਾਗੂ ਕੀਤਾ ਜਾਂਦਾ ਹੈ ਜਦੋਂ ਸਿਰਫ ਸੰਬੰਧਿਤ ਕੇਸ ਕਾਂਸਟੈਂਟ ਟਰੂ ਹੋਣ। ਇਸ ਵਿੱਚ ਅਸੀਂ ਕਈ ਪ੍ਰਕਾਰ ਦੀਆਂ ਕੰਡੀਸ਼ਨਸ ਲਗਾਉਂਦੇ ਹਾਂ। ਸਿਰਫ ਇੱਕ ਹੀ ਕੰਡੀਸ਼ਨ ਐਗਜ਼ੀਕਿਊਟ ਹੋਏਗੀ ਜਦੋਂ ਸਾਰੇ ਕੇਸ ਸਟੇਟਮੈਂਟਸ ਫਾਲਸ ਹੁੰਦੇ ਹਨ ਤਾਂ ਕੰਟਰੋਲ ਪੁਆਇੰਟਰ ਡਿਫਾਲਟ ਤੇ ਆ ਜਾਂਦਾ ਹੈ। ਅਗਰ ਅਸੀਂ ਜਿੰਨੀਆਂ ਵੀ ਕੰਡੀਸ਼ਨਸ ਇਸ ਵਿੱਚ ਐਡ ਕੀਤੀਆਂ ਨੇ ਉਹਨਾਂ ਦੇ ਵਿੱਚੋਂ ਕੋਈ ਵੀ ਕੰਡੀਸ਼ਨ ਸਾਡੀ ਟਰੂ ਨਹੀਂ ਹੁੰਦੀ, ਫਾਲਸ ਹੋ ਜਾਂਦੀ ਹੈ, ਤਾਂ ਅਸੀਂ ਇਸ ਵਿੱਚ ਇੱਕ ਡਿਫਾਲਟ ਪਾਰਟ ਲਗਾਇਆ ਹੁੰਦਾ ਹੈ। ਅਗਰ ਕੋਈ ਵੀ ਕੰਡੀਸ਼ਨ ਐਗਜ਼ੀਕਿਊਟ ਨਹੀਂ ਹੁੰਦੀ ਤਾਂ ਸਾਡਾ ਡਿਫਾਲਟ ਪਾਰਟ ਜੋ ਹੈ ਉਹ ਜ਼ਰੂਰ ਐਗਜ਼ੀਕਿਊਟ ਹੋਏਗਾ। ਬਟ ਅਗਰ ਸਾਡੀ ਲਗਾਈਆਂ ਗਈਆਂ ਕੰਡੀਸ਼ਨਸ ਦੇ ਵਿੱਚੋਂ ਕੋਈ ਵੀ ਇੱਕ ਕੰਡੀਸ਼ਨ ਟਰੂ ਹੋ ਜਾਂਦੀ ਹੈ ਤਾਂ ਸਾਡਾ ਡਿਫਾਲਟ ਪਾਰਟ ਨਹੀਂ ਚੱਲੇਗਾ ਅਤੇ ਜੋ ਕੰਡੀਸ਼ਨ ਟਰੂ ਹੋਈ ਹੈ ਉਸ ਦਾ ਹੀ ਟਰੂ ਪਾਰਟ ਜਾਂ ਉਸ ਦੇ ਨਾਲ ਰਿਲੇਟਡ ਜੋ ਸਟੇਟਮੈਂਟਸ ਨੇ ਉਹ ਐਗਜ਼ੀਕਿਊਟ ਹੋਣਗੀਆਂ। ਉਦਾਹਰਨ ਦੇ ਤੌਰ ਤੇ ਜਿਵੇਂ ਅਸੀਂ ਇੱਕ ਪ੍ਰੋਗਰਾਮ ਦੀ ਗੱਲ ਕਰਦੇ ਹਾਂ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਡੇ ਨਾਮ ਦਾ ਵੇਰੀਏਬਲ ਲਿਆ ਹੈ ਜਿਸ ਵਿੱਚ ਅਸੀਂ ਯੂਜ਼ਰ ਦੇ ਕੋਲੋਂ ਕੋਈ ਵੈਲਿਊ ਐਂਟਰ ਕਰਵਾਉਂਦੇ ਹਾਂ, ਲਾਈਕ 1 2 3 ਕੁਝ ਵੀ। ਅਗਰ ਡੇ ਦੀ ਵੈਲਿਊ 1 ਹੁੰਦੀ ਹੈ ਤਾਂ ਉਹ ਫਸਟ ਕੰਡੀਸ਼ਨ ਦੇ ਨਾਲ ਮੈਚ ਕਰੇਗਾ ਤੇ ਸਕਰੀਨ ਉੱਤੇ ਮੰਡੇ ਪ੍ਰਿੰਟ ਕਰੇਗਾ। ਇਸ ਤਰ੍ਹਾਂ ਜੋ ਵੀ ਉਸ ਦੀ ਵੈਲਿਊ ਹੋਏਗੀ ਉਸ ਨਾਲ ਰਿਲੇਟਡ ਜੋ ਕੰਡੀਸ਼ਨ ਹੈ ਜਿਸ ਨਾਲ ਵੀ ਉਹ ਮੈਚ ਕਰੇਗਾ ਉਸ ਦੇ ਨਾਲ ਰਿਲੇਟਡ ਜੋ ਵੀ ਸਾਡੀ ਸਟੇਟਮੈਂਟ ਹੈ ਉਹ ਐਗਜ਼ੀਕਿਊਟ ਹੋਏਗੀ ਅਤੇ ਸਕਰੀਨ ਉੱਤੇ ਵੈਲਿਊ ਨੂੰ ਪ੍ਰਿੰਟ ਕਰੇਗੀ। ਬਟ ਇਨ ਕੇਸ ਸਾਡੇ ਡੇ ਦੀ ਵੈਲਿਊ ਇਹਨਾਂ 7 ਕੰਡੀਸ਼ਨਸ ਦੇ ਵਿੱਚੋਂ ਕਿਸੇ ਕੰਡੀਸ਼ਨ ਨਾਲ ਵੀ ਮੈਚ ਨਹੀਂ ਕਰਦੀ ਤਾਂ ਸਾਡੀ ਜੋ ਡਿਫਾਲਟ ਸਟੇਟਮੈਂਟ ਹੈ ਉਹ ਐਗਜ਼ੀਕਿਊਟ ਹੋਏਗੀ ਅਤੇ ਸਕਰੀਨ ਉੱਤੇ ਪ੍ਰਿੰਟ ਹੋਏਗਾ ਰੋਂਗ ਇਨਪੁਟ। ਸੋ ਇਹ ਸੀ ਇੱਕ ਕਿ ਅਸੀਂ ਸਵਿਚ ਕੇਸ ਸਟੇਟਮੈਂਟ ਨੂੰ ਕਿਵੇਂ ਯੂਜ਼ ਕਰ ਸਕਦੇ ਹਾਂ ਅਤੇ ਉਸ ਦਾ ਇੱਕ ਪ੍ਰੋਗਰਾਮ। ਅੱਗੇ ਕੁਐਸਚਨ ਨੰਬਰ 3 ਹੈ ਕਿ ਲੂਪਸ ਕੀ ਹੁੰਦੀਆਂ ਹਨ। ਲੂਪਸ ਦੀਆਂ ਦੋ ਵੱਖ-ਵੱਖ ਸ਼੍ਰੇਣੀਆਂ ਕਿਹੜੀਆਂ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਲੂਪਸ ਦਾ ਜੋ ਮੇਨ ਕੰਮ ਹੈ one or more than one ਸਟੇਟਮੈਂਟਸ ਨੂੰ ਰਿਪੀਟ ਕਰਨਾ, ਉਹਨਾਂ ਦੀ ਐਗਜ਼ੀਕਿਊਸ਼ਨ ਨੂੰ ਰਿਪੀਟ ਕਰਨਾ। ਲੂਪਿੰਗ ਸਟੇਟਮੈਂਟਸ ਨੂੰ ਅਸੀਂ ਕਈ ਵਾਰ ਵੱਖ-ਵੱਖ ਤਰ੍ਹਾਂ ਦੀਆਂ ਸਟੇਟਮੈਂਟਸ ਨੂੰ ਰਿਪੀਟ ਕਰਨ ਲਈ ਵੀ ਯੂਜ਼ ਕਰਦੇ ਹਾਂ। ਕਈ ਵਾਰ ਪ੍ਰੋਗਰਾਮ ਵਿੱਚ ਅਜਿਹੀਆਂ ਸਥਿਤੀਆਂ ਵੀ ਆ ਜਾਂਦੀਆਂ ਹਨ ਜਦੋਂ ਸਾਨੂੰ ਸਟੇਟਮੈਂਟਸ ਦੇ ਬਲਾਕ ਨੂੰ ਜਾਂ ਕਿਸੇ ਵੀ ਇੱਕ ਸਿੰਗਲ ਸਟੇਟਮੈਂਟ ਨੂੰ ਬਾਰ-ਬਾਰ ਦੁਹਰਾਉਣ ਦੀ ਜ਼ਰੂਰਤ ਪੈਂਦੀ ਹੈ। ਅਜਿਹੀਆਂ ਸਥਿਤੀਆਂ ਵਿੱਚ ਲੂਪ ਸਾਨੂੰ ਸਟੇਟਮੈਂਟਸ ਨੂੰ ਦੁਹਰਾਉਣ ਵਿੱਚ ਮਦਦ ਕਰਦੀਆਂ ਹਨ। ਸੀ ਭਾਸ਼ਾ ਵਿੱਚ ਲੂਪਿੰਗ ਸਟੇਟਮੈਂਟਸ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਨੰਬਰ 1 ਪ੍ਰੀ ਟੈਸਟ ਲੂਪ ਅਤੇ ਨੰਬਰ 2 ਪੋਸਟ ਟੈਸਟ ਲੂਪ। ਪ੍ਰੀ ਟੈਸਟ ਲੂਪ ਨੂੰ ਐਂਟਰੀ ਕੰਟਰੋਲ ਲੂਪ ਵੀ ਕਹਿੰਦੇ ਹਨ। ਇਹਨਾਂ ਲੂਪ ਵਿੱਚ ਲੂਪ ਦੀ ਬਾਡੀ ਤੋਂ ਪਹਿਲਾਂ ਹੀ ਕੰਡੀਸ਼ਨ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਅਗਰ ਕੰਡੀਸ਼ਨ ਸਾਡੀ ਟਰੂ ਹੁੰਦੀ ਹੈ ਤਾਂ ਅਸੀਂ ਉਸ ਦੀ ਬਾਡੀ ਦੇ ਵਿੱਚ ਆ ਕੇ ਉਸ ਦੇ ਟਰੂ ਪਾਰਟ ਦੇ ਵਿੱਚ ਆ ਕੇ ਜਿੰਨੀਆਂ ਵੀ ਸਟੇਟਮੈਂਟਸ ਨੇ ਉਹਨਾਂ ਨੂੰ ਰਿਪੀਟ ਕਰਦੇ ਹਾਂ। ਅਗਰ ਫਾਲਸ ਹੁੰਦੀ ਹੈ ਤਾਂ ਸਾਡੀ ਲੂਪ ਐਗਜ਼ੀਕਿਊਟ ਨਹੀਂ ਹੁੰਦੀ। ਦੋ ਸਾਡੀਆਂ ਜੋ ਪ੍ਰੀ ਟੈਸਟ ਲੂਪਸ ਹਨ ਉਹਨਾਂ ਨੂੰ ਅਸੀਂ ਬੋਲਦੇ ਹਾਂ ਫੋਰ ਲੂਪ ਅਤੇ ਵਾਈਲ ਲੂਪ। ਇਹ ਦੋਨੋਂ ਹੀ ਪ੍ਰੀ ਟੈਸਟ ਲੂਪ ਹਨ। ਪੋਸਟ ਟੈਸਟ ਲੂਪ ਦੀ ਗੱਲ ਕਰਦੇ ਹਾਂ ਤਾਂ ਪੋਸਟ ਟੈਸਟ ਲੂਪ ਨੂੰ ਐਗਜ਼ਿਟ ਕੰਟਰੋਲਡ ਲੂਪ ਵੀ ਕਿਹਾ ਜਾਂਦਾ ਹੈ। ਇਹਨਾਂ ਲੂਪ ਵਿੱਚ ਟੈਸਟ ਕੰਡੀਸ਼ਨਸ ਨੂੰ ਲੂਪ ਦੀ ਬਾਡੀ ਤੋਂ ਬਾਅਦ ਟੈਸਟ ਕੀਤਾ ਜਾਂਦਾ ਹੈ। ਸੀ ਭਾਸ਼ਾ ਵਿੱਚ ਡੂ ਵਾਈਲ ਇੱਕੋ ਇੱਕ ਅਜਿਹਾ ਲੂਪ ਹੈ ਜੋ ਪੋਸਟ ਟੈਸਟ ਲੂਪ ਅਖਵਾਉਂਦਾ ਹੈ। ਪੋਸਟ ਟੈਸਟ ਲੂਪ ਵਿੱਚ ਪਹਿਲਾਂ ਲੂਪ ਦੀ ਬਾਡੀ ਐਗਜ਼ੀਕਿਊਟ ਹੁੰਦੀ ਹੈ ਅਤੇ ਕੰਡੀਸ਼ਨ ਨੂੰ ਬਾਅਦ ਵਿੱਚ ਚੈੱਕ ਕੀਤਾ ਜਾਂਦਾ ਹੈ। ਇਹ ਦੋ ਤਰ੍ਹਾਂ ਦੀਆਂ ਲੂਪਿੰਗ ਸਟੇਟਮੈਂਟਸ ਹੁੰਦੀਆਂ ਨੇ, ਪ੍ਰੀ ਟੈਸਟ ਲੂਪ ਸਟੇਟਮੈਂਟ ਅਤੇ ਪੋਸਟ ਟੈਸਟ ਲੂਪ ਸਟੇਟਮੈਂਟ। ਅੱਗੇ ਕੁਐਸਚਨ ਨੰਬਰ 4 ਹੈ ਜੰਪਿੰਗ ਸਟੇਟਮੈਂਟਸ ਕੀ ਹੁੰਦੀਆਂ ਹਨ ਅਤੇ ਇਹਨਾਂ ਦੀਆਂ ਵੱਖ-ਵੱਖ ਕਿਸਮਾਂ ਕਿਹੜੀਆਂ ਨੇ। ਵਿਦਿਆਰਥੀਓ, ਜਿਵੇਂ ਜੰਪਿੰਗ ਇਸ ਦੇ ਨਾਮ ਤੋਂ ਹੀ ਕਲੀਅਰ ਹੁੰਦਾ ਹੈ ਕਿ ਇੱਕ ਜਗ੍ਹਾ ਤੋਂ ਮੂਵ ਹੋ ਕੇ ਦੂਸਰੀ ਜਗ੍ਹਾ ਤੇ ਜਾਣਾ।
ਉਸੇ ਤਰ੍ਹਾਂ ਜੰਪਿੰਗ ਸਟੇਟਮੈਂਟ ਦੀ ਵਰਤੋਂ ਦੇ ਨਾਲ ਅਸੀਂ ਆਪਣੇ ਪ੍ਰੋਗਰਾਮ ਦੇ ਕੰਟਰੋਲ ਨੂੰ ਇੱਕ ਜਗ੍ਹਾ ਤੋਂ ਜੰਪ ਕਰਾ ਕੇ ਕਿਸੇ ਦੂਸਰੀ ਜਗ੍ਹਾ ਤੇ ਜਾ ਸਕਦੇ ਹਾਂ। ਪ੍ਰੋਗਰਾਮ ਦੇ ਅੱਗੇ ਵੀ ਜਾ ਸਕਦੇ ਹਾਂ, ਅਗਲੀਆਂ ਸਟੇਟਮੈਂਟਸ ਤੇ ਵੀ ਜਾ ਸਕਦੇ ਹਾਂ ਅਤੇ ਬੈਕਵਰਡ ਜੋ ਪਿਛਲੀਆਂ ਸਟੇਟਮੈਂਟਸ ਨੇ ਅਸੀਂ ਉਹਨਾਂ ਤੇ ਵੀ ਆਪਣੇ ਪ੍ਰੋਗਰਾਮ ਦੇ ਕੰਟਰੋਲ ਨੂੰ ਲੈ ਕੇ ਆ ਸਕਦੇ ਹਾਂ। ਸੀ ਪ੍ਰੋਗਰਾਮਿੰਗ ਵਿੱਚ ਜੰਪਿੰਗ ਸਟੇਟਮੈਂਟਸ ਦੀ ਵਰਤੋਂ ਇੱਕ ਪ੍ਰੋਗਰਾਮ ਦੇ ਸਧਾਰਨ ਵਹਾਅ ਨੂੰ ਬਦਲਣ ਲਈ ਕੀਤੀ ਜਾਂਦੀ ਹੈ। ਇਹਨਾਂ ਸਟੇਟਮੈਂਟ ਦੀ ਵਰਤੋਂ ਦੇ ਨਾਲ ਅਸੀਂ ਪ੍ਰੋਗਰਾਮ ਵਿੱਚ ਐਗਜ਼ੀਕਿਊਸ਼ਨ ਦੇ ਕੰਟਰੋਲ ਨੂੰ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਪਰ ਟ੍ਰਾਂਸਫਰ ਕਰ ਸਕਦੇ ਹਾਂ। ਅਸੀਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਪ੍ਰੋਗਰਾਮ ਦਾ ਜੋ ਕੰਟਰੋਲ ਹੈ ਉਸ ਨੂੰ ਜੰਪ ਕਰਾ ਕੇ ਕਿਸੇ ਵੀ ਸਟੇਟਮੈਂਟ ਦੇ ਉੱਤੇ ਡਾਇਰੈਕਟ ਅਸੀਂ ਲੈ ਕੇ ਜਾ ਸਕਦੇ ਹਾਂ। ਇਹ ਕੰਮ ਕਰਨ ਲਈ ਅਸੀਂ ਜਿਨ੍ਹਾਂ ਸਟੇਟਮੈਂਟਸ ਦੀ ਵਰਤੋਂ ਕਰਦੇ ਹਾਂ ਉਹਨਾਂ ਨੂੰ ਅਸੀਂ ਜੰਪਿੰਗ ਸਟੇਟਮੈਂਟਸ ਬੋਲਦੇ ਹਾਂ। ਆਮ ਤੌਰ ਤੇ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਨੇ। ਨੰਬਰ 1 ਗੋ ਟੂ ਸਟੇਟਮੈਂਟ। ਇਹਨਾਂ ਸਟੇਟਮੈਂਟਸ ਦੀ ਵਰਤੋਂ ਲਈ ਪ੍ਰੋਗਰਾਮ ਵਿੱਚ ਲੇਬਲਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਟੇਟਮੈਂਟ ਪ੍ਰੋਗਰਾਮ ਦੇ ਕੰਟਰੋਲ ਫਲੋ ਨੂੰ ਗੋ ਟੂ ਤੋਂ ਬਾਅਦ ਦਿੱਤੇ ਗਏ ਲੇਬਲ ਉੱਤੇ ਟ੍ਰਾਂਸਫਰ ਕਰਦੀ ਹੈ। ਗੋ ਟੂ ਦੇ ਵਿੱਚ ਅਸੀਂ ਕਈ ਪ੍ਰਕਾਰ ਦੇ ਲੇਬਲ ਯੂਜ਼ ਕਰਦੇ ਹਾਂ ਤੇ ਜਿਸ ਜਗ੍ਹਾ ਤੇ ਵੀ ਅਸੀਂ ਆਪਣਾ ਲੇਬਲ ਲਿਖਿਆ ਹੁੰਦਾ ਹੈ ਗੋ ਟੂ ਸਟੇਟਮੈਂਟ ਪ੍ਰੋਗਰਾਮ ਦੇ ਕੰਟਰੋਲ ਨੂੰ ਉਸ ਜਗ੍ਹਾ ਦੇ ਉੱਪਰ ਟ੍ਰਾਂਸਫਰ ਕਰ ਦਿੰਦਾ ਹੈ। ਨੰਬਰ 2 ਬ੍ਰੇਕ ਸਟੇਟਮੈਂਟ। ਬ੍ਰੇਕ ਸਟੇਟਮੈਂਟ ਲੂਪ ਜਾਂ ਸਵਿਚ ਸਟੇਟਮੈਂਟ ਨੂੰ ਖਤਮ ਕਰਦੀ ਹੈ ਅਤੇ ਕੰਟਰੋਲ ਫਲੋ ਨੂੰ ਲੂਪ ਜਾਂ ਸਵਿਚ ਤੋਂ ਤੁਰੰਤ ਬਾਅਦ ਵਾਲੀ ਅਗਲੀ ਸਟੇਟਮੈਂਟ ਤੇ ਟ੍ਰਾਂਸਫਰ ਕਰ ਦਿੰਦੀ ਹੈ। ਇਹ ਕਿਸੇ ਵੀ ਲੂਪ ਜਾਂ ਸਵਿਚ ਸਟੇਟਮੈਂਟ ਨੂੰ ਖਤਮ ਕਰ ਦਿੰਦੀ ਹੈ, ਉਸ ਨੂੰ ਤੋੜਦੀ ਹੈ। ਨੰਬਰ 3 ਕੰਟੀਨਿਊ ਸਟੇਟਮੈਂਟ। ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਵੱਖ-ਵੱਖ ਸਟੇਟਮੈਂਟਸ ਨੂੰ ਜਦੋਂ ਐਗਜ਼ੀਕਿਊਟ ਕਰਾ ਰਹੇ ਹੁੰਦੇ ਹਾਂ ਤਾਂ ਸਾਨੂੰ ਉਹਨਾਂ ਵਿੱਚੋਂ ਕੁਝ ਸਟੇਟਮੈਂਟਸ ਨੂੰ ਸਕਿਪ ਕਰਨ ਦੀ ਲੋੜ ਪੈਂਦੀ ਹੈ ਜਾਂ ਛੱਡਣ ਦੀ ਲੋੜ ਪੈਂਦੀ ਹੈ, ਤਾਂ ਅਸੀਂ ਕੰਟੀਨਿਊ ਸਟੇਟਮੈਂਟ ਦੀ ਮਦਦ ਦੇ ਨਾਲ ਉਹਨਾਂ ਸਟੇਟਮੈਂਟਸ ਨੂੰ ਸਕਿਪ ਕਰ ਸਕਦੇ ਹਾਂ। ਕਈ ਵਾਰ ਲੂਪ ਦੇ ਅੰਦਰ ਕੁਝ ਸਟੇਟਮੈਂਟਸ ਛੱਡਣਾ ਫਾਇਦੇਮੰਦ ਹੁੰਦਾ ਹੈ। ਅਜਿਹੀਆਂ ਸਥਿਤੀਆਂ ਵਿੱਚ ਕੰਟੀਨਿਊ ਸਟੇਟਮੈਂਟ ਵਰਤੀ ਜਾਂਦੀ ਹੈ। ਅਗਲਾ ਜੋ ਕੁਐਸਚਨ ਹੈ ਉਹ ਹੈ ਡੂ ਵਾਈਲ ਲੂਪ ਕੀ ਹੈ। ਇਹ ਵਾਈਲ ਲੂਪ ਦੇ ਨਾਲੋਂ ਕਿਵੇਂ ਭਿੰਨ ਹੈ। ਡੂ ਵਾਈਲ ਲੂਪ ਇੱਕ ਪੋਸਟ ਟੈਸਟ ਲੂਪ ਹੈ। ਸੀ ਭਾਸ਼ਾ ਵਿੱਚ ਡੂ ਵਾਈਲ ਇੱਕੋ ਇੱਕ ਅਜਿਹਾ ਲੂਪ ਹੈ ਜੋ ਪੋਸਟ ਟੈਸਟ ਲੂਪ ਅਖਵਾਉਂਦਾ ਹੈ। ਡੂ ਵਾਈਲ ਲੂਪ ਵਿੱਚ ਪਹਿਲਾਂ ਤੋਂ ਸਟੇਟਮੈਂਟਸ ਨੂੰ ਲਾਗੂ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਜੋ ਟੈਸਟ ਕੰਡੀਸ਼ਨ ਹੈ ਉਸ ਦੀ ਜਾਂਚ ਕੀਤੀ ਜਾਂਦੀ ਹੈ, ਉਸ ਨੂੰ ਵੈਰੀਫਾਈ ਕੀਤਾ ਜਾਂਦਾ ਹੈ ਕਿ ਉਹ ਟਰੂ ਹੈ ਕਿ ਫਾਲਸ ਹੈ। ਇਸ ਲੂਪ ਵਿੱਚ ਸਟੇਟਮੈਂਟਸ ਨੂੰ ਦੁਹਰਾਉਣ ਲਈ ਘੱਟੋ ਘੱਟ ਗਿਣਤੀ 1 ਹੁੰਦੀ ਹੈ, ਕਿਉਂਕਿ ਜਦੋਂ ਪਹਿਲੀ ਵਾਰ ਲੂਪ ਨੂੰ ਚਲਾਇਆ ਜਾਂਦਾ ਹੈ ਤਾਂ ਲੂਪ ਕੰਡੀਸ਼ਨ ਨੂੰ ਟੈਸਟ ਕੀਤੇ ਤੋਂ ਬਿਨਾਂ ਹੀ ਲੂਪ ਦੀ ਬਾਡੀ ਨੂੰ ਚਲਾ ਦਿੰਦੀ ਹੈ। ਜਿਵੇਂ ਇਸ ਦੇ ਨਾਮ ਤੋਂ ਹੀ ਕਲੀਅਰ ਹੁੰਦਾ ਹੈ, ਡੂ ਵਾਈਲ ਪਹਿਲਾਂ ਕੋਈ ਕੰਮ ਕਰੇ, ਮੀਨ ਕਿਸੇ ਸਟੇਟਮੈਂਟ ਨੂੰ ਐਗਜ਼ੀਕਿਊਟ ਕਰੇ। ਕਦੋਂ ਤੱਕ ਕਰੇ? ਜਦੋਂ ਤੱਕ ਸਾਡੀ ਸਟੇਟਮੈਂਟ ਟਰੂ ਰਹਿੰਦੀ ਹੈ। ਡੂ ਵਾਈਲ ਲੂਪ ਵਾਈਲ ਲੂਪ ਤੋਂ ਭਿੰਨ ਕਿਵੇਂ ਹੈ? ਵਾਈਲ ਲੂਪ ਇੱਕ ਪ੍ਰੀ ਟੈਸਟ ਲੂਪ ਹੈ। ਇਸ ਵਿੱਚ ਲੂਪ ਦੀਆਂ ਸਟੇਟਮੈਂਟਸ ਨੂੰ ਲਾਗੂ ਕਰਨ ਤੋਂ ਪਹਿਲਾਂ ਕੰਡੀਸ਼ਨ ਦੀ ਜਾਂਚ ਕੀਤੀ ਜਾਂਦੀ ਹੈ। ਇਸ ਲੂਪ ਵਿੱਚ ਸਟੇਟਮੈਂਟ ਨੂੰ ਦੁਹਰਾਉਣ ਦੀ ਗਿਣਤੀ ਘੱਟੋ ਘੱਟ 0 ਹੁੰਦੀ ਹੈ, ਕਿਉਂਕਿ ਇਹ ਲੂਪ ਕੰਡੀਸ਼ਨ ਨੂੰ ਟੈਸਟ ਕੀਤੇ ਬਿਨਾਂ ਲੂਪ ਦੀ ਬਾਡੀ ਨੂੰ ਇੱਕ ਵਾਰ ਵੀ ਨਹੀਂ ਚਲਾ ਸਕਦਾ। ਡੂ ਵਾਈਲ ਲੂਪ ਅਤੇ ਵਾਈਲ ਲੂਪ ਦਾ ਜੋ ਮੇਨ ਡਿਫਰੈਂਸ ਹੈ ਉਹ ਇਹੀ ਹੈ ਕਿ ਡੂ ਵਾਈਲ ਲੂਪ ਦੇ ਵਿੱਚ ਪਹਿਲਾਂ ਸਾਡੀ ਜੋ ਬਾਡੀ ਹੁੰਦੀ ਹੈ ਡੂ ਵਾਈਲ ਲੂਪ ਦੀ, ਉਹ ਐਗਜ਼ੀਕਿਊਟ ਹੁੰਦੀ ਹੈ ਅਤੇ ਕੰਡੀਸ਼ਨ ਨੂੰ ਬਾਅਦ ਵਿੱਚ ਚੈੱਕ ਕੀਤਾ ਜਾਂਦਾ ਹੈ। ਵਾਈਲ ਲੂਪ ਦੇ ਵਿੱਚ ਪਹਿਲਾਂ ਕੰਡੀਸ਼ਨ ਚੈੱਕ ਹੁੰਦੀ ਹੈ ਅਤੇ ਉਸ ਦੇ ਬਾਡੀ ਦੇ ਵਿੱਚ ਜਿੰਨੀਆਂ ਸਟੇਟਮੈਂਟਸ ਨੇ ਉਹਨਾਂ ਨੂੰ ਬਾਅਦ ਦੇ ਵਿੱਚ ਐਗਜ਼ੀਕਿਊਟ ਕੀਤਾ ਜਾਂਦਾ ਹੈ। ਉਹ ਵੀ ਤਾਂ ਹੀ ਐਗਜ਼ੀਕਿਊਟ ਹੋਣਗੀਆਂ ਅਗਰ ਸਾਡੀ ਕੰਡੀਸ਼ਨ ਟਰੂ ਹੈ। ਦੋਨਾਂ ਸਟੇਟਮੈਂਟਸ ਦੇ ਵਿੱਚ ਸਿਰਫ ਇਹੀ ਡਿਫਰੈਂਸ ਹੈ। ਜਿਵੇਂ ਲੈਫਟ ਸਾਈਡ ਦੇ ਉੱਪਰ ਅਸੀਂ ਦੇਖ ਰਹੇ ਹਾਂ ਡੂ ਵਾਈਲ ਲੂਪ ਅਤੇ ਰਾਈਟ ਸਾਈਡ ਦੇ ਉੱਪਰ ਵਾਈਲ ਲੂਪ ਹੈ। ਡੂ ਵਾਈਲ ਲੂਪ ਵਿੱਚ ਸਭ ਤੋਂ ਪਹਿਲਾਂ ਅਸੀਂ ਲਿਖਦੇ ਹਾਂ ਡੂ ਬ੍ਰੈਕਟ ਸਟਾਰਟ ਅਤੇ ਉਹ ਸਾਰੀਆਂ ਸਟੇਟਮੈਂਟ ਜਿਨ੍ਹਾਂ ਨੂੰ ਅਸੀਂ ਰਿਪੀਟ ਕਰਾਉਣਾ ਚਾਹੁੰਦੇ ਹਾਂ। ਲਾਸਟ ਉੱਪਰ ਵਾਈਲ, ਅੱਗੇ ਟੈਸਟ ਕੰਡੀਸ਼ਨ। ਕਦੋਂ ਤੱਕ ਰਿਪੀਟ ਕਰਾਉਣਾ ਚਾਹੁੰਦੇ ਹਾਂ? ਜਦੋਂ ਤੱਕ ਸਾਡੀ ਕੰਡੀਸ਼ਨ ਟਰੂ ਰਹਿੰਦੀ ਹੈ, ਯਾਨੀ ਕਿ ਇਹ ਸਟੇਟਮੈਂਟ ਪਹਿਲਾਂ ਐਗਜ਼ੀਕਿਊਟ ਹੋਣਗੀਆਂ ਤੇ ਕੰਡੀਸ਼ਨ ਬਾਅਦ ਦੇ ਵਿੱਚ ਚੈੱਕ ਹੋਏਗੀ। ਇਸ ਜਗ੍ਹਾ ਦੇ ਉੱਪਰ ਪਹਿਲਾਂ ਕੰਡੀਸ਼ਨ ਚੈੱਕ ਹੁੰਦੀ ਹੈ ਅਤੇ ਬਾਅਦ ਦੇ ਵਿੱਚ ਅਸੀਂ ਉਸ ਬਾਡੀ ਵਿੱਚ ਐਂਟਰ ਕਰਦੇ ਹਾਂ ਅਗਰ ਸਾਡੀ ਕੰਡੀਸ਼ਨ ਟਰੂ ਹੋਏਗੀ। ਦੋਨਾਂ ਸਟੇਟਮੈਂਟ ਦੇ ਵਿੱਚ ਸਿਰਫ ਇਹੀ ਫਰਕ ਹੈ ਕਿ ਡੂ ਵਾਈਲ ਦੇ ਲੂਪ ਵਿੱਚ ਕੰਡੀਸ਼ਨ ਬਾਅਦ ਵਿੱਚ ਚੈੱਕ ਹੁੰਦੀ ਹੈ ਅਤੇ ਵਾਈਲ ਲੂਪ ਵਿੱਚ ਕੰਡੀਸ਼ਨ ਪਹਿਲਾਂ ਚੈੱਕ ਹੁੰਦੀ ਹੈ। ਸੋ ਇਹ ਤੁਹਾਡੇ ਵੱਡੇ ਕੁਐਸਚਨ ਅਤੇ ਛੋਟੇ ਕੁਐਸਚਨ ਸਨ। ਅੱਗੇ ਅਸੀਂ ਗੱਲ ਕਰਦੇ ਹਾਂ ਕਿ ਮਲਟੀਪਲ ਚੁਆਇਸ ਕੁਐਸਚਨਸ ਦੀ। ਹੇਠਾਂ ਲਿਖਿਆਂ ਵਿੱਚੋਂ ਕਿਹੜੀ ਸਟੇਟਮੈਂਟ ਨੂੰ
कंडीशनल स्टेटमेंट किया जाता है फॉर ब्रेक इफ ਜਾਂ ਵਾਈਲ। ਇਸ ਵਿੱਚ ਅਸੀਂ ਇਫ ਸਟੇਟਮੈਂਟ ਨੂੰ ਕੰਡੀਸ਼ਨਲ ਕੰਟਰੋਲ ਸਟੇਟਮੈਂਟ ਬੋਲਦੇ ਹਾਂ। ਸਵਿਚ ਕੇਸ ਡੈਸ਼ ਸਟੇਟਮੈਂਟ ਦੀ ਤਰ੍ਹਾਂ ਹੁੰਦੀ ਹੈ। ਜਿਵੇਂ ਅਸੀਂ ਹੁਣੇ ਕੁਐਸਚਨ ਪੜ੍ਹਿਆ ਸੀ ਕਿ ਜੋ ਸਾਡੀ ਸਵਿਚ ਕੇਸ ਸਟੇਟਮੈਂਟ ਹੁੰਦੀ ਹੈ ਉਹ ਇਫ ਐਲਸ ਇਫ ਸਟੇਟਮੈਂਟ ਦੀ ਤਰ੍ਹਾਂ ਹੁੰਦੀ ਹੈ। ਸਵਿਚ ਸਟੇਟਮੈਂਟ ਵਿੱਚ ਕੇਸ ਨੂੰ ਖਤਮ ਕਰਨ ਲਈ ਡੈਸ਼ ਵਰਤੀ ਜਾਂਦੀ ਹੈ। ਇਸ ਵਿੱਚ ਕੇਸ ਨੂੰ ਖਤਮ ਕਰਨ ਲਈ ਅਸੀਂ ਬ੍ਰੇਕ ਨੂੰ ਯੂਜ਼ ਕਰਦੇ ਹਾਂ। ਨੰਬਰ 4 ਹੇਠਾਂ ਲਿਖਿਆਂ ਵਿੱਚੋਂ ਕਿਹੜੀ ਪੋਸਟ ਟੈਸਟ ਲੂਪ ਦੀ ਇੱਕ ਉਦਾਹਰਣ ਹੈ। ਡੂ ਵਾਈਲ ਲੂਪ ਜੋ ਹੈ ਉਹ ਪੋਸਟ ਟੈਸਟ ਲੂਪ ਦੀ ਉਦਾਹਰਣ ਹੈ। ਜਿਵੇਂ ਅਸੀਂ ਹੁਣੇ ਗੱਲ ਕੀਤੀ ਕਿ ਡੂ ਵਾਈਲ ਦੇ ਵਿੱਚ ਅਸੀਂ ਪਹਿਲਾਂ ਸਟੇਟਮੈਂਟਸ ਨੂੰ ਐਗਜ਼ੀਕਿਊਟ ਕਰਦੇ ਹਾਂ ਅਤੇ ਕੰਡੀਸ਼ਨ ਨੂੰ ਬਾਅਦ ਵਿੱਚ ਟੈਸਟ ਕਰਦੇ ਹਾਂ। ਨੰਬਰ 5 ਹੇਠਾਂ ਲਿਖਿਆਂ ਵਿੱਚੋਂ ਕਿਹੜੀ ਜੰਪਿੰਗ ਸਟੇਟਮੈਂਟ ਨਹੀਂ ਹੈ। ਵਾਈਲ, ਕੰਟੀਨਿਊ, ਗੋ ਟੂ, ਬ੍ਰੇਕ। ਇਸ ਵਿੱਚ ਜੋ ਵਾਈਲ ਹੈ ਉਹ ਸਾਡੀ ਜੰਪਿੰਗ ਸਟੇਟਮੈਂਟ ਨਹੀਂ ਹੈ। ਵਾਈਲ ਕੀ ਹੈ? ਵਾਈਲ ਇੱਕ ਲੂਪਿੰਗ ਸਟੇਟਮੈਂਟ ਹੈ। ਅੱਗੇ ਹੈ ਖਾਲੀ ਥਾਵਾਂ। ਡੈਸ਼ ਲੂਪ ਵਿੱਚ ਕੰਟਰੋਲ ਕੰਡੀਸ਼ਨ ਨੂੰ ਲੂਪ ਦੀ ਬਾਡੀ ਤੋਂ ਪਹਿਲਾਂ ਟੈਸਟ ਕੀਤਾ ਜਾਂਦਾ ਹੈ। ਪ੍ਰੀ ਟੈਸਟ ਲੂਪ ਵਿੱਚ ਅਸੀਂ ਜੋ ਕੰਡੀਸ਼ਨ ਨੂੰ ਪਹਿਲਾਂ ਟੈਸਟ ਕਰਦੇ ਹਾਂ। ਨੰਬਰ 2 ਡੈਸ਼ ਲੂਪ ਵਿੱਚ ਕੰਟਰੋਲ ਕੰਡੀਸ਼ਨ ਨੂੰ ਲੂਪ ਦੀ ਬਾਡੀ ਤੋਂ ਬਾਅਦ ਵਿੱਚ ਟੈਸਟ ਕੀਤਾ ਜਾਂਦਾ ਹੈ। ਇਸ ਦਾ ਆਨਸਰ ਹੈ ਪੋਸਟ ਟੈਸਟ। ਨੰਬਰ 3 ਲੂਪ ਵਿੱਚ ਕੁਝ ਸਟੇਟਮੈਂਟ ਨੂੰ ਸਕਿਪ ਕਰਨ ਲਈ ਡੈਸ਼ ਸਟੇਟਮੈਂਟ ਵਰਤੀ ਜਾਂਦੀ ਹੈ। ਜਿਵੇਂ ਅਸੀਂ ਹੁਣੇ ਪੜ੍ਹਿਆ ਸੀ ਕੰਟੀਨਿਊ ਸਟੇਟਮੈਂਟ। ਨੰਬਰ 4 ਡੈਸ਼ ਇੱਕ ਮਲਟੀਵੇ ਕੰਟਰੋਲ ਸਟੇਟਮੈਂਟ ਹੈ। ਸਵਿਚ ਕੇਸ ਕੰਟਰੋਲ ਸਟੇਟਮੈਂਟ ਇੱਕ ਮਲਟੀਵੇ ਕੰਟਰੋਲ ਸਟੇਟਮੈਂਟ ਹੈ। ਬਲੈਂਕ ਨੰਬਰ 5 ਬ੍ਰੇਕ ਸਟੇਟਮੈਂਟ ਨੂੰ ਡੈਸ਼ ਸਟੇਟਮੈਂਟ ਵਿੱਚ ਕੇਸ ਖਤਮ ਕਰਨ ਲਈ ਵਰਤਿਆ ਜਾਂਦਾ ਹੈ। ਬ੍ਰੇਕ ਸਟੇਟਮੈਂਟ ਨੂੰ ਸਵਿਚ ਕੇਸ ਕੰਟਰੋਲ ਸਟੇਟਮੈਂਟ ਵਿੱਚ ਕੇਸ ਨੂੰ ਖਤਮ ਕਰਨ ਲਈ ਵਰਤਿਆ ਜਾਂਦਾ ਹੈ। ਅੱਗੇ ਹਨ ਕੁਝ ਬਹੁਤ ਛੋਟੇ ਆਨਸਰਸ ਵਾਲੇ ਕੁਐਸਚਨਸ। ਕੁਐਸਚਨ ਨੰਬਰ 1 ਇੱਕ ਇਫ ਸਟੇਟਮੈਂਟ ਦਾ ਦੂਸਰੀ ਇਫ ਸਟੇਟਮੈਂਟ ਵਿੱਚ ਲਿਖਣਾ ਕੀ ਅਖਵਾਉਂਦਾ ਹੈ। ਇਸ ਦਾ ਆਨਸਰ ਹੈ ਨੈਸਟਡ ਇਫ ਸਟੇਟਮੈਂਟ। ਜਦੋਂ ਇੱਕ ਇਫ ਦੇ ਵਿੱਚ ਕੋਈ ਹੋਰ ਇਫ ਸਟੇਟਮੈਂਟ ਲਿਖੀ ਜਾਵੇ ਤਾਂ ਉਸਨੂੰ ਅਸੀਂ ਨੈਸਟਡ ਇਫ ਸਟੇਟਮੈਂਟ ਬੋਲਦੇ ਹਾਂ। ਪ੍ਰਸ਼ਨ ਨੰਬਰ 2 ਸੀ ਭਾਸ਼ਾ ਵਿੱਚ ਪ੍ਰੋਗਰਾਮ ਦੇ ਸਧਾਰਨ ਵਹਾਅ ਨੂੰ ਬਦਲਣ ਲਈ ਕਿਹੜੇ ਸਟੇਟਮੈਂਟ ਵਰਤੇ ਜਾਂਦੇ ਹਨ। ਉਹਨਾਂ ਨੂੰ ਅਸੀਂ ਬੋਲਦੇ ਹਾਂ ਕੰਟਰੋਲ ਸਟੇਟਮੈਂਟਸ। ਪ੍ਰਸ਼ਨ ਨੰਬਰ 3 ਲੂਪ ਦੇ ਅੰਦਰ ਕੁਝ ਸਟੇਟਮੈਂਟ ਛੱਡਣ ਲਈ ਕਿਹੜੀ ਸਟੇਟਮੈਂਟ ਅਕਸਰ ਫਾਇਦੇਮੰਦ ਹੁੰਦੀ ਹੈ। ਇਸ ਨੂੰ ਅਸੀਂ ਬੋਲਦੇ ਹਾਂ ਕੰਟੀਨਿਊ। ਪ੍ਰਸ਼ਨ ਨੰਬਰ 4 ਕਿਹੜੀਆਂ ਸਟੇਟਮੈਂਟਸ ਕਮਾਂਡਾਂ ਨੂੰ ਦੁਹਰਾਉਣ ਦਾ ਤਰੀਕਾ ਪ੍ਰਦਾਨ ਕਰਦੀਆਂ ਹਨ। ਇਸ ਦਾ ਆਨਸਰ ਹੈ ਲੂਪਿੰਗ ਸਟੇਟਮੈਂਟਸ। ਵੱਖ-ਵੱਖ ਤਰ੍ਹਾਂ ਦੀਆਂ ਸਟੇਟਮੈਂਟਸ ਨੂੰ ਜਾਂ ਕਮਾਂਡਸ ਨੂੰ ਦੁਹਰਾਉਣ ਦਾ ਤਰੀਕਾ ਪ੍ਰਦਾਨ ਕਰਦੀਆਂ ਹਨ। ਸੋ ਇਹ ਸਨ ਤੁਹਾਡੇ ਚੈਪਟਰ ਨੰਬਰ 2 ਦੇ ਕੁਐਸਚਨ ਆਨਸਰ ਅਤੇ ਉਹਨਾਂ ਨਾਲ ਬਲੈਂਕਸ ਜਾਂ ਮਲਟੀਪਲ ਚੁਆਇਸ ਕੁਐਸਚਨਸ। ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦੱਸੇ ਗਏ ਜਿੰਨੇ ਵੀ ਕੁਐਸਚਨ ਆਨਸਰਸ ਨੇ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਵੀਡੀਓ ਨੂੰ ਬਾਰ-ਬਾਰ ਦੇਖ ਕੇ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ। ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਫਿਊਚਰ ਵਿੱਚ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਸੀਂ ਉਹਨਾਂ ਤੱਕ ਪਹੁੰਚ ਸਕੋ। ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ।